ਭਾਰਤ ਦੇ ਵਿੱਚ G20 ਦੇਸ਼ਾਂ ਦੀ ਬੈਠਕ ਦਿੱਲੀ ਦੇ ਵਿੱਚ ਹੋ ਰਹੀ ਹੈ ਤੇ ਅੱਜ ਰਾਤ ਭੋਜਨ ਦਾ ਸਪੈਸ਼ਲ ਬੰਦੋਬਸਤ ਕੀਤਾ ਗਿਆ। ਮਹਿਮਾਨ ਜੋ ਵਿਦੇਸ਼ੀ ਹੈ ਉਹਨਾਂ ਦੇ ਲਈ ਵਿਦੇਸ਼ੀ ਦੇ ਨਾਲ ਸਵਦੇਸ਼ੀ ਜੋ ਭਾਰਤ ਦੇ ਵੱਖ-ਵੱਖ ਚਾਹੇ ਨਾਰਥ ਦੇ ਹੈ ਚਾਹੇ ਸਾਊਥ ਦੇ ਹੈ ਜਾਂ ਫਿਰ ਵੈਸਟ ਦੇ ਖਾਣੇ ਹੈ ਉਹ ਤਿਆਰ ਕੀਤੇ ਹੋਏ ਨੇ। ਇਸ ਤੋਂ ਪਹਿਲਾਂ G20 ਸੰਮੇਲਨ ਲਈ ਦਿੱਲੀ ਨੂੰ ਇੱਕ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ। ਭਾਰਤ ਦਾ ਇੱਕ ਮੰਡਪ ਬਣਾਇਆ ਗਿਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕੀਤਾ। ਸਤਿ ਸ਼੍ਰੀ ਅਕਾਲ, ਦਾ ਖਾਲਸ ਟੀਵੀ ਤੁਸੀਂ ਦੇਖ ਰਹੇ ਹੋ, ਮੈਂ ਰਾਹੁਲ ਕਾਲਾ। ਆਖਰ G20 ਹੈ ਕੀ ਹੈ ਔਰ ਇਸ ਦੇ ਵਿੱਚ ਕਿਹੜੇ-ਕਿਹੜੇ ਦੇਸ਼ ਹੈ, ਕਿਉਂ G20 ਨਾਮ ਪਿਆ, ਪਹਿਲਾਂ ਕਿੰਨੇ ਇਸ ਦੇ ਵਿੱਚ ਪਹਿਲਾਂ ਇਸ ਗਰੁੱਪ ਦੇ ਵਿੱਚ ਕੌਣ-ਕੌਣ ਸੀ, ਹੁਣ ਕੌਣ ਬਾਹਰ ਹੈ ਜਾਂ ਕੌਣ ਅੰਦਰ ਹੈ, ਇਸ ਦਾ ਮਤਲਬ ਕੀ ਹੈ ਔਰ ਇਹਨਾਂ ਦੀਆਂ ਸ਼ਕਤੀਆਂ ਕੀ ਹੈ, ਕੀ ਇਹ ਸੰਯੁਕਤ ਰਾਸ਼ਟਰ ਦੇ ਨਾਲ ਜਿਹੜਾ ਮੇਲ ਖਾਂਦਾ ਹੈ ਜਾਂ ਨਹੀਂ ਖਾਂਦਾ ਜਾਂ ਉਸ ਦਾ ਵੀ ਇਸ ਦੇ ਵਿੱਚ ਕੋਈ ਕੰਟਰੋਲ ਹੁੰਦਾ, ਮੈਂ ਸਾਰੀ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗਾ। ਭਾਰਤ ਦੇ ਵਿੱਚ ਇਹ ਪਹਿਲੀ ਅਜਿਹੀ ਵੱਡੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ 1 ਸਾਲ ਤੋਂ ਚੱਲ ਰਹੀਆਂ ਨੇ। ਭਾਰਤ ਦੇ ਵਿੱਚ 18ਵੀਂ G20 ਕਾਨਫਰੰਸ ਹੋਣ ਜਾ ਰਹੀ ਹੈ। ਦੇਖਿਆ ਜਾਵੇ ਤਾਂ 24 ਸਾਲ ਜਦੋਂ G20 ਬਣੇ ਨੂੰ ਗਰੁੱਪ ਨੂੰ ਬਣੇ ਨੂੰ 24 ਸਾਲ ਹੋ ਗਏ ਹੈ ਤਾਂ 24 ਸਾਲਾਂ ਦੇ ਵਿੱਚ 18 ਹੀ ਬੈਠਕਾਂ ਹੋਈਆਂ। ਇੱਕ ਪਾਸੇ ਜਿੱਥੇ ਰੂਸ ਦੇ ਰਾਸ਼ਟਰਪਤੀ ਜਿਹੜੇ ਹੈਗੇ ਪੁਤਿਨ ਭਾਰਤ ਨਹੀਂ ਪਹੁੰਚ ਰਹੇ ਤਾਂ ਦੂਸਰੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਭਾਰਤ ਨਹੀਂ ਆਏ। ਸ਼ੀ ਜਿਨਪਿੰਗ ਦੀ ਜਗ੍ਹਾ ਤੇ ਚੀਨ ਨੇ ਆਪਣਾ ਪ੍ਰਧਾਨ ਮੰਤਰੀ ਭੇਜਿਆ। ਅਜਿਹੇ ਦੇ ਵਿੱਚ ਸਵਾਲ ਉੱਠਣੇ ਜਾਇਜ਼ ਹੈ ਕਿ ਸੰਮੇਲਨ ਹੈ ਕੀ ਹੈ G20 ਤੇ ਇਸ ਦਾ ਮਕਸਦ ਕੀ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ G20 ਦਾ ਗਠਨ ਕਿਵੇਂ ਹੋਇਆ। G20 ਦੀ ਸਥਾਪਨਾ ਸਾਲ 2008 ਦੇ ਵਿੱਚ ਹੋਈ ਸੀ ਅਤੇ ਇਸ ਦੀ ਪਹਿਲੀ ਮੀਟਿੰਗ ਅਮਰੀਕਾ 'ਚ ਹੋਈ ਸੀ। ਇਹ ਅਸਲ ਦੇ ਵਿੱਚ ਪਹਿਲਾਂ G8 ਯਾਨੀ ਕਿ G8 ਦੇਸ਼ਾਂ ਦਾ ਵਿਸਤਾਰ ਸੀ। ਸ਼ੁਰੂ ਦੇ ਵਿੱਚ G7 ਗਰੁੱਪ ਸੀ ਇਸ ਦੇ ਵਿੱਚ, ਜਿਸ ਵਿੱਚ ਕੈਨੇਡਾ, ਅਮਰੀਕਾ, ਜਰਮਨ, ਇਟਲੀ, ਫਰਾਂਸ, ਬ੍ਰਿਟੇਨ, ਇਸ ਦੇ ਜਿਹੜੇ ਜਾਪਾਨ ਇਸ ਦੇ ਮੈਂਬਰ ਸੀ। ਫਿਰ ਸਾਲ 1998 ਵਿੱਚ ਰੂਸ ਵੀ ਇਸ ਦਾ ਹਿੱਸਾ ਬਣ ਗਿਆ ਤੇ G8 ਹੋ ਗਿਆ। ਪਰ 1999 ਤੋਂ ਪਹਿਲਾਂ ਏਸ਼ੀਆ ਕੁਝ ਸਾਲਾਂ ਤੋਂ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਸੀ। ਇਸ ਤੋਂ ਬਾਅਦ ਫਿਰ ਜਰਮਨੀ ਦੇ ਬਰਲਿਨ ਦੇ ਵਿੱਚ G8 ਦੀ ਬੈਠਕ ਹੁੰਦੀ ਹੈ, ਜਿਸ ਤੋਂ ਬਾਅਦ ਇਹ ਤੈਅ ਕੀਤਾ ਜਾਂਦਾ ਹੈ ਕਿ ਏਸ਼ੀਆ ਦੇ ਦੇਸ਼ਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਜਾਂ ਫਿਰ ਹੋਰ ਜਿਹੜੇ ਵੀ ਦੇਸ਼ ਹੈ ਉਹਨਾਂ ਨੂੰ ਸ਼ਾਮਲ ਕਰਕੇ G20 ਦਾ ਫਿਰ ਗਠਨ ਕੀਤਾ ਗਿਆ। G20 ਸਮੂਹ ਦੀ ਪਹਿਲੀ ਕਾਨਫਰੰਸ ਜਿਹੜੀ ਹੈ ਵਾਸ਼ਿੰਗਟਨ DC ਅਮਰੀਕਾ ਦੇ ਵਿੱਚ ਹੋਈ ਸੀ। G20 ਸੰਮੇਲਨ ਦਾ ਉਦੇਸ਼ ਵਿਸ਼ਵ ਦੇ ਪ੍ਰਮੁੱਖ ਆਰਥਿਕ ਪੱਖੋਂ ਮਜ਼ਬੂਤ ਦੇਸ਼ਾਂ ਦਾ ਇਕੱਠ ਕਰਨਾ ਹੈ, ਜਿੱਥੇ ਮੈਂਬਰ ਦੇਸ਼ ਵਿਸ਼ਵ ਅਰਥ ਵਿਵਸਥਾ, ਵਿੱਤ, ਕਾਰੋਬਾਰ, ਨਿਵੇਸ਼ ਅਤੇ ਜਲਵਾਯੂ ਤਬਦੀਲੀ ਸਮੇਤ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਦੇ ਨੇ। ਵਿਸ਼ਵ GDP ਵਿੱਚ G20 ਦੇਸ਼ਾਂ ਦੀ ਹਿੱਸੇਦਾਰੀ ਲਗਭਗ 85% ਹੈ। ਇਸ ਤੋਂ ਇਲਾਵਾ ਇਹ ਵਿਸ਼ਵ ਦੇ ਕੁੱਲ ਉਤਪਾਦਨ ਦਾ 80% ਅਤੇ ਅੰਤਰਰਾਸ਼ਟਰੀ ਵਪਾਰ ਦਾ ਸਮੂਹ ਜਿਹੜਾ ਹੈਗਾ ਉਹਦਾ 75% ਹਿੱਸਾ ਹੈ। ਜਿੱਥੋਂ ਤੱਕ G20 ਦਾ ਸੰਬੰਧ ਹੈ, ਸੰਯੁਕਤ ਰਾਸ਼ਟਰ ਦੇ ਪੱਖ ਤੋਂ ਕੋਈ ਵਿਧਾਨਿਕ ਸ਼ਕਤੀ ਨਹੀਂ ਹੈ ਅਤੇ ਨਾ ਹੀ ਇਸ ਫੈਸਲੇ ਨੂੰ ਸਵੀਕਾਰ ਕਰਨ ਦੇ ਲਈ ਇਸ ਦੇ ਮੈਂਬਰ ਦੇਸ਼ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਹੁੰਦੀ ਹੈ। ਅਸਲ ਦੇ ਵਿੱਚ G20 ਮੈਂਬਰ ਦੇਸ਼ਾਂ ਦੇ ਵਿਚਾਲੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਤੇ ਚਰਚਾ ਹੁੰਦੀ ਹੈ। ਇਸ ਦੇ ਵਿੱਚ ਸਿੱਖਿਆ ਵੀ ਹੈ, ਰੁਜ਼ਗਾਰ ਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਰਗੇ ਮੁੱਦਿਆਂ ਤੇ ਵੀ ਫੈਸਲੇ ਲਏ ਜਾਂਦੇ, ਵਿਚਾਰ ਚਰਚਾ ਹੁੰਦੀ ਹੈ। ਇਸ ਦਾ ਕੋਈ ਹੈੱਡਕੁਆਟਰ ਜਾਂ ਫਿਰ ਸਕੱਤਰੇਤ ਨਹੀਂ ਹੈ। G20 ਦੇ ਪ੍ਰਧਾਨ ਦਾ ਫੈਸਲਾ ਜਿਹੜਾ ਹੈਗਾ ਟਰੋਇਕਾ ਦੁਆਰਾ ਕੀਤਾ ਜਾਂਦਾ ਹੈ ਤੇ ਜੇਕਰ ਸਰਲ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਸਮਝਾਵਾਂ ਤਾਂ ਇਸ ਵਾਰ ਟਰੋਇਕਾ ਦੇ ਵਿੱਚ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਵੀ ਸ਼ਾਮਲ ਹੈ। ਯਾਨੀ ਕਿ 3 ਦੇਸ਼ਾਂ ਦਾ ਇੱਕ ਸਮੂਹ ਜਿਹੜਾ ਹੈ G20 ਚੋਂ ਨਿਕਲ ਕੇ ਆਏ ਉਹ ਟਰੋਇਕਾ ਬਣਦਾ ਹੈ ਤੇ ਭਾਰਤ ਸਾਲ 2021 ਦੇ ਵਿੱਚ ਇਸ ਦੇ ਅੰਦਰ ਸ਼ਾਮਲ ਹੋ ਗਿਆ ਸੀ। ਤੇ G20 ਦੇਸ਼ਾਂ ਦੀ ਲਿਸਟ ਵੀ ਮੈਂ ਤੁਹਾਨੂੰ ਦੱਸਦਾ ਇਸ ਦੇ ਵਿੱਚ ਕੌਣ-ਕੌਣ ਸ਼ਾਮਲ ਹੈ। G20 ਦੇ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਤੇ ਯੂਰੋਪੀਅਨ ਯੂਨੀਅਨ ਇਸ ਦਾ ਹਿੱਸਾ ਨੇ। ਇਹ ਕੁੱਲ 20 ਦੇਸ਼ ਹੈ। 20 ਦੇਸ਼ਾਂ ਦੇ ਗਰੁੱਪ ਨੂੰ G20 ਕਿਹਾ ਜਾਂਦਾ, ਗਰੁੱਪ ਆਫ 20 ਕੰਟਰੀਜ਼। ਖਾਸ ਗੱਲ ਇਹ ਹੈ ਕਿ G20 ਦੇਸ਼ਾਂ ਦੀ ਸੂਚੀ ਦੇ ਵਿੱਚ ਹੁਣ ਅਫਰੀਕਾ ਸੰਘ ਵੀ ਇਸ ਦੇ ਵਿੱਚ ਸ਼ਾਮਲ ਹੋ ਗਿਆ, ਜਿਸ ਦੇ ਨਾਲ ਹੁਣ ਦੇਸ਼ਾਂ ਦੀ ਗਿਣਤੀ 21 ਹੋ ਗਈ ਹੈ। ਸਿਖਰ ਸੰਮੇਲਨ ਜੋ ਅੱਜ ਸ਼ੁਰੂ ਹੋਈ ਹੈ, ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਰੀਕੀ ਸੰਘ ਨੂੰ G20 ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ। ਜਿਵੇਂ ਹੀ ਪ੍ਰਧਾਨ ਮੰਤਰੀ ਨੇ ਚੇਅਰਮੈਨ ਦੇ ਤੌਰ ਦੇ ਉੱਪਰ ਇਸ ਨੂੰ ਪਾਸ ਕੀਤਾ, ਅਫਰੀਕੀ ਯੂਨੀਅਨ ਦੇ ਮੁਖੀ ਜਿਹੜੇ ਹੈ ਉਹਨਾਂ ਨੇ PM
ਦਾ ਸਵਾਗਤ ਕੀਤਾ, ਉਹਨਾਂ ਦਾ ਧੰਨਵਾਦ ਕੀਤਾ ਗਲੇ ਲੱਗ ਕੇ। ਭਾਰਤ ਦੇ ਪ੍ਰਸਤਾਵ ਨੂੰ ਚੀਨ ਅਤੇ ਯੂਰਪੀ ਸੰਘ ਨੇ ਵੀ ਸਮਰਥਨ ਦਿੱਤਾ ਹੈ। G20 ਦੀ ਮੈਂਬਰਸ਼ਿਪ ਮਿਲਣ ਦੇ ਨਾਲ ਅਫਰੀਕਾ ਦੇ ਤਕਰੀਬਨ 55 ਦੇਸ਼ਾਂ ਨੂੰ ਫਾਇਦਾ ਹੋਵੇਗਾ। ਭਾਰਤ ਦੇ ਵਿੱਚ ਬੈਠਕਾਂ ਜਿਹੜੀਆਂ G20 ਦੀਆਂ ਚੱਲ ਰਹੀਆਂ ਸੀ, ਤਾਂ ਹੁਣ ਵਿਦੇਸ਼ੀ ਮਹਿਮਾਨ ਇੱਥੇ ਭਾਰਤ ਵਿੱਚ ਪਹੁੰਚੇ ਹੈ। ਦਿੱਲੀ ਦੇ ਵਿੱਚ ਸੰਮੇਲਨ ਚੱਲ ਰਿਹਾ। 10 ਸਤੰਬਰ ਨੂੰ ਇਹ ਜਿਹੜਾ ਹੈ ਸਮਾਪਤੀ ਵੱਲ ਵਧੇਗਾ। ਪਰ ਉਸ ਤੋਂ ਪਹਿਲਾਂ ਅੱਜ ਜੋ ਸ਼ਖਸੀਅਤਾਂ ਪਹੁੰਚੀਆਂ ਹੈ, ਉਹਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੇ ਜ਼ਬਰਦਸਤ ਵੈਲਕਮ ਕੀਤਾ ਤੇ ਰਾਤ ਦਾ ਭੋਜਨ ਦੇ ਉੱਪਰ ਜੋ ਸੱਦਾ ਦਿੱਤਾ ਗਿਆ ਹੈ, ਉਹ ਵੀ ਇੱਕ ਖਾਸ ਰਹਿਣ ਵਾਲਾ ਹੈ।